परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਵਿਸ਼ਵਾਸ ਨੂੰ ਵਧਾਉਣ ਵਾਲੀਆਂ ਵਰਤ ਦੇ ਸਮੇਂ ਹੋਈਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਜਸਵਿੰਦਰ ਕੌਰ ਦੀ ਹੈ, ਜਿਨ੍ਹਾਂ ਦੀ ਉਮਰ 70 ਸਾਲ ਦੀ ਹੈ। ਸਿਸਟਰ ਦੱਸਦੇ ਨੇ ਕਿ ਜਿਸ ਦਿਨ ਤੋਂ ਉਹਨਾਂ ਨੇ ਵਰਤ ਰੱਖਣੇ ਸ਼ੁਰੂ ਕੀਤੇ, ਉਹਨਾਂ ਨੇ ਬਹੁਤ ਸ਼ਾਂਤੀ ਨੂੰ ਮਹਿਸੂਸ ਕੀਤਾ। ਕਹਿੰਦੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੋਈ ਔਰ ਮੈਂ ਵੀ ਆਤਮਿਕ ਅਤੇ ਸਰੀਰਕ ਰੂਪ ਦੇ ਵਿੱਚ ਆਪਣੇ ਆਪ ਨੂੰ ਬਹੁਤ ਹਲਕਾ ਅਤੇ ਸ਼ਾਂਤ ਮਹਿਸੂਸ ਕੀਤਾ। ਸਿਸਟਰ ਦੱਸਦੇ ਨੇ ਕਿ ਉਹ ਪਰਮੇਸ਼ਰ ਦੇ ਬਹੁਤ ਨਜ਼ਦੀਕ ਆਏ ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਪਰਮੇਸ਼ਰ ਸੱਚਮੁੱਚ ਕਿੰਨੇ ਅਦਭੁਤ ਅਤੇ ਅਨੋਖੇ ਕੰਮ ਕਰਦੇ ਨੇ। ਦੂਸਰੀ ਗਵਾਹੀ ਸਿਸਟਰ ਦੀ ਇਹ ਹੈ, ਉਹ ਦੱਸਦੇ ਨੇ ਕਿ ਉਹਨਾਂ ਦੀ ਲੱਤ ਦੇ ਵਿੱਚ ਖੱਲੀ ਪੈ ਜਾਂਦੀ ਸੀ, ਜਿਹਦੇ ਕਰਕੇ ਉਹਨਾਂ ਦੀ ਲੱਤ ਵਿੱਚ ਦਰਦ ਰਹਿੰਦਾ ਸੀ ਔਰ ਉਹਦੇ ਕਰਕੇ ਉਹ ਕਾਫੀ ਪਰੇਸ਼ਾਨੀ ਨੂੰ ਮਹਿਸੂਸ ਕਰਦੇ ਸਨ। ਪਰ ਸਿਸਟਰ ਨੇ ਫਾਸਟਿੰਗ ਦੇ ਵਿੱਚ ਆਪਣੀ ਇਸ ਪ੍ਰੋਬਲਮ ਦੇ ਲਈ ਪ੍ਰਾਰਥਨਾ ਕੀਤੀ ਔਰ ਉਸ ਪ੍ਰੋਬਲਮ ਤੋਂ ਉਹਨਾਂ ਨੇ ਫਾਸਟਿੰਗ ਦੇ ਵਿੱਚ ਬਿਲਕੁਲ ਆਜ਼ਾਦੀ ਪਾਈ। ਇਸ ਵੱਡੀ ਗਵਾਹੀ ਦੇ ਲਈ ਸਿਸਟਰ ਜੀ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਬਲਵੀਰ ਕੌਰ ਦੀ ਆ, ਜੋ 40 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਗਈ ਸੀ, ਇੰਨੀ ਜ਼ਿਆਦਾ ਕਿ ਉਹਨਾਂ ਦੇ ਘਰ ਦੇ ਖਰਚ ਦੇ ਲਈ, ਰੋਜ਼ਮर्रा ਦੀਆਂ ਜ਼ਰੂਰਤਾਂ ਦੇ ਲਈ ਵੀ ਉਹਨਾਂ ਕੋਲੇ ਪੈਸੇ ਨਹੀਂ ਸਨ। ਸਿਸਟਰ ਨੇ ਕਿਸੇ ਤੋਂ ਪੈਸੇ ਲੈਣੇ ਸਨ, ਕੋਈ ਕਿਸ਼ਤ ਸੀ ਜੋ ਉਹਨਾਂ ਨੂੰ ਕਿਸੇ ਤੋਂ ਲੈਣੀ ਸੀ ਔਰ ਉਹ ਪੈਸੇ ਜਿਸ ਦਿਨ ਉਹਨਾਂ ਨੇ ਦੇਣੇ ਸੀਗੇ, ਉਹਨਾਂ ਨੇ ਵਰਤ ਦੇ ਵਿੱਚ ਜਦੋਂ ਪ੍ਰਾਰਥਨਾ ਕੀਤੀ ਤਾਂ ਉਸ ਦਿਨ ਤੋਂ ਪਹਿਲਾਂ ਹੀ ਉਹਨਾਂ ਨੂੰ ਪੈਸੇ ਦੇ ਗਏ ਅਤੇ ਉਹਨਾਂ ਦੀ ਜਿੰਨੀ ਵੀ ਕਮੀ ਘਟੀ ਸੀ ਉਸ ਪੈਸੇ ਦੇ ਨਾਲ ਪੂਰੀ ਹੋ ਗਈ। ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਜਿਨ੍ਹਾਂ ਭੈਣਾਂ ਭਾਈਆਂ ਨੇ ਹਜੇ ਤੱਕ ਆਪਣੇ ਵਰਤ ਦੀ ਗਵਾਹੀ ਨਹੀਂ ਲਿਖਵਾਈ, ਉਹ ਆਪਣੀ ਗਵਾਹੀ ਨੂੰ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਲਿਖਵਾ ਸਕਦੇ ਨੇ। ਅੱਜ ਆਪਾਂ ਬਪਤਿਸਮਾ ਦੇ ਬਾਰੇ ਜਾਣਾਂਗੇ। ਬਹੁਤ ਸਾਰੇ ਭੈਣ ਭਾਈ ਨੇ ਜੋ ਛੋਟੀ ਉਮਰ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਬਪਤਿਸਮਾ ਦਿਵਾ ਚੁੱਕੇ ਨੇ ਜਾਂ ਫਿਰ ਜੋ ਪਲਾਨ ਕਰ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਅਸੀਂ ਬਪਤਿਸਮਾ ਦਿਲਵਾਉਣਾ ਹੈ। ਬਹੁਤ ਸਾਰਿਆਂ ਦੇ ਮਨ ਦੇ ਵਿੱਚ ਇਹ ਕਨਸੈਪਟ ਆ ਕਿ ਬਪਤਿਸਮਾ ਇੱਕ ਮੈਡੀਸਨ ਆ, ਬਪਤਿਸਮਾ ਇੱਕ ਰਸਮ ਆ ਜਿਹਨੂੰ ਅਸੀਂ ਪੂਰਾ ਕਰ ਲਵਾਂਗੇ ਸਾਡੇ ਰੋਗ ਬਿਮਾਰੀਆਂ ਠੀਕ ਹੋ ਜਾਣਗੀਆਂ, ਸਾਡੇ ਬੰਧਨ ਟੁੱਟ ਜਾਣਗੇ, ਸਾਡੇ ਕਰਜ਼ੇ ਮਾਫ ਹੋ ਜਾਣਗੇ, ਅਸੀਂ ਪਰਮੇਸ਼ਰ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਹੀ ਹੋ ਜਾਵਾਂਗੇ। ਸਭ ਦੀ ਨਿਗਾਹ ਦੇ ਵਿੱਚ ਬਪਤਿਸਮਾ ਇੱਕ ਰਸਮ ਆ ਜਿਹੜਾ ਲੱਗਦਾ ਉਹਨਾਂ ਨੂੰ ਕਿ ਇਹ ਪੂਰੀ ਕਰਨੀ ਜ਼ਰੂਰੀ ਆ। ਬੇਸ਼ੱਕ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਆ ਔਰ ਇਸ ਜੋ ਕੰਡੀਸ਼ਨ ਆ ਇਹਨੂੰ ਪੂਰਾ ਕਰਨਾ ਵੀ ਮੈਂਡੇਟਰੀ ਆ, ਕੰਪਲਸਰੀ ਆ। ਇਹ ਆਪਸ਼ਨਲ ਨਹੀਂ ਹੈ, ਇਹਨੂੰ ਅਸੀਂ ਛੱਡ ਨਹੀਂ ਸਕਦੇ, ਅਸੀਂ ਇਹਨੂੰ ਜ਼ਰੂਰ ਹੀ ਕਰਨਾ ਆ। ਹਰ ਇੱਕ ਵਿਸ਼ਵਾਸੀ ਜਿਹੜਾ ਮਸੀਹ ਦੇ ਵਿੱਚ ਆ ਉਹਨੂੰ ਬਪਤਿਸਮਾ ਲੈਣਾ ਜ਼ਰੂਰੀ ਆ। ਆਖਿਰ ਕੀ ਸਮਾਂ ਆ, ਕੀ ਉਮਰ ਆ, ਕਦੋਂ ਸਾਨੂੰ ਬਪਤਿਸਮਾ ਲੈਣਾ ਚਾਹੀਦਾ, ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਮਤੀ 28 ਦੀ 19 ਔਰ 20 ਨੰਬਰ ਆਇਤ ਨੂੰ, ਇਸ ਲਈ ਤੁਸੀਂ ਜਾ ਕੇ ਸਾਰਿਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਉੱਤੇ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਆ। ਹਾਲੇਲੂਇਆ। ਇਸ ਦਾ ਵਚਨ ਸਾਨੂੰ ਬਹੁਤ ਕਲੀਅਰਲੀ ਸਮਝਾਏਗਾ ਕਿ ਆਖਿਰ ਬਪਤਿਸਮਾ ਕੀ ਚੀਜ਼ ਆ। ਤਾਂ ਉਹ ਜਾਣਨ ਦੇ ਲਈ ਅਸੀਂ ਪੜ੍ਹਿਆ ਵਚਨ 'ਚੋਂ। ਵਚਨ ਸਾਨੂੰ ਕੀ ਕਹਿੰਦਾ, ਯਿਸੂ ਮਸੀਹ ਨੇ ਕੀ ਕਿਹਾ ਆਪਣੇ ਚੇਲਿਆਂ ਨੂੰ ਜਦੋਂ ਭੇਜਿਆ ਤਾਂ ਕਹਿੰਦਾ ਕਿ ਮੈਂ ਤੁਹਾਨੂੰ ਭੇਜਦਾ ਆ। ਕਿਸ ਕੰਮ ਦੇ ਲਈ ਕਹਿੰਦਾ ਮੈਂ ਤੁਹਾਨੂੰ ਭੇਜਦਾ? ਕਹਿੰਦਾ ਤੁਸੀਂ ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਚੇਲੇ ਬਣਾਉਣ ਦਾ ਮਤਲਬ ਕੀ ਸੀ? ਉਹ ਜਿਨ੍ਹਾਂ ਨੂੰ ਭੇਜਿਆ ਗਿਆ ਸੀ ਉਹ ਵੀ ਚੇਲੇ ਸਨ। ਤਾਂ ਉਹਨਾਂ ਨੇ ਕਿੱਦਾਂ ਚੇਲੇ ਬਣਾਉਣਾ ਸੀ? ਪਰਮੇਸ਼ਰ ਨੇ ਕੀ ਕਿਹਾ ਸੀਗਾ ਕਿ ਫਸਲ ਪੱਕ ਚੁੱਕੀ ਆ ਪਰ ਵਾਢੇ ਥੋੜੇ ਆ। ਕਿ ਪਰਮੇਸ਼ਰ ਕਹਿੰਦਾ ਸੀ ਕਿ ਜੋ ਲੋਕ ਆ ਉਹ ਤਾਂ ਬਚਣ ਦੇ ਲਈ ਤਿਆਰ ਆ ਪਰ ਬਚਾਉਣ ਵਾਲਾ ਕੋਈ ਨਹੀਂ ਹੈਗਾ।
ਗਿਆਨ ਲੈਣਾ ਚਾਹੁੰਦੇ ਆ ਹਰ ਕੋਈ, ਪਰ ਗਿਆਨ ਦੇਣ ਵਾਲੇ ਥੋੜ੍ਹੇ ਆ। ਇਸ ਕਰਕੇ ਜਿੱਦਾਂ ਮੈਂ ਤੁਹਾਨੂੰ ਕੌਮਾਂ ਦੇ ਵਿੱਚੋਂ ਚੇਲੇ ਚੁਣਿਆ, ਉਸੇ ਤਰ੍ਹਾਂ ਤੁਸੀਂ ਵੀ ਅਲੱਗ-ਅਲੱਗ ਕੌਮਾਂ ਦੇ ਵਿੱਚ ਜਾਓ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖਿੱਲਰ ਜਾਓ ਅਤੇ ਉੱਥੇ ਜਾ ਕੇ ਲੋਕਾਂ ਨੂੰ ਚੇਲੇ ਬਣਾਓ। ਫਰਸਟ ਸਟੈਪ ਬਪਤਿਸਮਾ ਦਾ ਇਹ ਆ ਕਿ ਯੀਸ਼ੂ ਮਸੀਹ ਦੇ ਚੇਲੇ ਬਣਨਾ। ਔਰ ਯੀਸ਼ੂ ਮਸੀਹ ਦਾ ਚੇਲਾ ਕੌਣ ਸੀ? ਪ੍ਰਭੂ ਜੀ ਨੇ ਕੀ ਕਿਹਾ ਸੀ ਕਿ ਮੇਰਾ ਅਸਲੀ ਚੇਲਾ ਅਤੇ ਮੈਨੂੰ ਸੱਚੇ ਦਿਲ ਤੋਂ ਪਿਆਰ ਕਰਨ ਵਾਲਾ ਉਹ ਆ ਜੋ ਪੂਰੀ ਦੁਨੀਆ ਨੂੰ, ਆਪਣੇ ਘਰ ਪਰਿਵਾਰ ਨੂੰ, ਆਪਣੇ ਕੰਮਾਂ ਕਾਰਾਂ ਨੂੰ, ਹਰ ਇੱਕ ਚੀਜ਼ ਨੂੰ ਛੱਡ ਕੇ ਮੇਰੇ ਪਿੱਛੇ ਚੱਲੇ ਅਤੇ ਆਪਣੀ ਦੁੱਖਾਂ ਦੀ ਸਲੀਬ ਚੱਕ ਕੇ ਮੈਨੂੰ ਫੋਲੋ ਕਰੇ। ਤਾਂ ਕਿ ਅਸੀਂ ਯੀਸ਼ੂ ਮਸੀਹ ਦੇ ਚੇਲੇ ਹੈਗੇ ਆ ਜਿਨ੍ਹਾਂ ਨੇ ਵੀ ਬਪਤਿਸਮਾ ਲਿਆ ਜਾਂ ਜਿਨ੍ਹਾਂ ਨੇ ਹਜੇ ਲੈਣਾ ਆ। ਫਸਟ ਆਫ ਆਲ ਤਾਂ ਉਹ ਜਾਣਨ ਜਿਹੜੇ ਲੈ ਚੁੱਕੇ ਆ। ਤੁਸੀਂ ਬਪਤਿਸਮਾ ਲੈ ਚੁੱਕੇ ਆ, ਕੀ ਸੋਚ ਕੇ ਤੁਸੀਂ ਬਪਤਿਸਮਾ ਲਿਆ ਸੀ? ਅਗਰ ਤੁਸੀਂ ਉਸ ਸਮੇਂ ਨਹੀਂ ਸਮਝ ਪਾਏ ਬਪਤਿਸਮੇ ਦਾ ਸਹੀ ਮਤਲਬ ਕੀ ਸੀ, ਤਾਂ ਹੁਣ ਸਮਝੋ ਕਿ ਬਪਤਿਸਮਾ ਹੈ ਕੀ ਆ। ਬਪਤਿਸਮਾ ਇੱਕ ਰਸਮ ਨਹੀਂ ਆ ਜਿਹਨੂੰ ਪੂਰਾ ਕਰਨਾ ਜ਼ਰੂਰੀ ਆ, ਪਰ ਅੰਧ ਵਿਸ਼ਵਾਸ ਦੇ ਵਿੱਚ ਨਹੀਂ, ਕਿਸੇ ਮਤਲਬ ਦੇ ਲਈ ਨਹੀਂ, ਕਿਉਂਕਿ ਅਸੀਂ ਸਭ ਨੇ ਇੱਕ ਮਤਲਬ ਦੇ ਲਈ ਬਪਤਿਸਮਾ ਲਿਆ। ਈਵਨ ਮੈਂ ਖੁਦ ਵੀ ਇੱਕ ਮਤਲਬ ਦੇ ਲਈ ਬਪਤਿਸਮਾ ਲਿਆ ਸੀ। ਮੈਂ ਜਦੋਂ ਬਪਤਿਸਮਾ ਲਿਆ ਸੀ, ਮੈਨੂੰ ਵੀ ਬਪਤਿਸਮਾ ਦਾ ਮਤਲਬ ਨਹੀਂ ਸੀ ਪਤਾ ਕਿ ਆਖਿਰ ਬਪਤਿਸਮਾ ਹੁੰਦਾ ਕੀ ਆ। ਮੈਂ ਵੀ ਇਸੇ ਅੰਧ ਵਿਸ਼ਵਾਸ 'ਚ ਸੀ ਕਿ ਮੈਨੂੰ ਕਿੰਨੇ ਸਾਰੇ ਰੋਗ ਬਿਮਾਰੀਆਂ ਆ, ਜੇ ਮੈਂ ਬਪਤਿਸਮਾ ਲੈ ਲਾਂਗੀ ਤਾਂ ਮੇਰੇ ਸਾਰੇ ਰੋਗ ਚਲੇ ਜਾਣਗੇ, ਮੇਰੇ ਰੋਗ ਵੀ ਯੀਸ਼ੂ ਮਸੀਹ ਦੇ ਨਾਲ ਥੱਲੇ ਦਫਨਾ ਦਿੱਤੇ ਜਾਣਗੇ ਔਰ ਮੈਂ ਤੰਦਰੁਸਤ ਹੋ ਕੇ ਨਿਕਲਾਂਗੀ। ਮੇਰਾ ਵੀ ਇਹ ਵਹਿਮ ਬਿਲਕੁਲ ਟੁੱਟ ਚੁੱਕਾ ਕਿ ਹਾਂ ਸੱਚਮੁੱਚ ਅਜਿਹਾ ਹੈ ਨਹੀਂ ਆ ਕਿ ਬਪਤਿਸਮਾ ਸਾਡੇ ਰੋਗਾਂ ਨੂੰ ਚੰਗਾ ਕਰਨ ਦੇ ਲਈ ਆ, ਪਰ ਬਪਤਿਸਮਾ ਇੱਕ ਕੰਡੀਸ਼ਨਲ ਆ। ਉਹ ਕੰਡੀਸ਼ਨ ਕੀ ਆ ਕਿ ਜਿਹੜਾ ਬਪਤਿਸਮਾ ਲਵੇ ਉਹ ਪਹਿਲਾਂ ਯੀਸ਼ੂ ਮਸੀਹ ਦਾ ਚੇਲਾ ਬਣੇ। ਔਰ ਉਹਦਾ ਚੇਲਾ ਬਣਨ ਦਾ ਭਾਵ ਕੀ ਸੀ? ਆਖਰੀ ਲਾਈਨ ਸਾਨੂੰ ਕੀ ਦੱਸਦੀ ਆ? ਕਹਿੰਦਾ ਜਾਓ ਅਤੇ ਉਹਨਾਂ ਨੂੰ ਸਿਖਾਓ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆ। ਕਹਿੰਦਾ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਤੁਹਾਡੇ ਨਾਲ ਹੀ ਰਵਾਂਗਾ। ਕਿੱਦਾਂ ਰਵਾਂਗਾ? ਜਦੋਂ ਯੀਸ਼ੂ ਮਸੀਹ ਤਾਂ ਜਾ ਰਹੇ ਸੀ, ਉਹਨਾਂ ਨੂੰ ਪਤਾ ਸੀ ਮੈਂ ਕਰੂਸ ਤੇ ਚੜਾਇਆ ਜਾਣਾ, ਮੈਂ ਮਾਰਿਆ ਜਾਣਾ, ਦਫਨਾਇਆ ਜਾਣਾ, ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮੈਂ ਮੁਰਦਿਆਂ ਵਿੱਚੋਂ ਜੀ ਉੱਠਾਂਗਾ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਬਪਤਿਸਮਾ ਜ਼ਰੂਰ ਲਿਆ ਸੀ। ਉਹਨਾਂ ਨੇ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਲਿਆ ਸੀ। ਔਰ ਉਹਨਾਂ ਨੇ ਉਦੋਂ ਲਿਆ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਰੈਡੀ ਹੋ ਗਏ ਬਿਲਕੁਲ ਕਿ ਮੈਂ ਪ੍ਰਭੂ ਦੇ ਕੰਮਾਂ ਲਈ ਰੈਡੀ ਹਾਂ। ਚਾਹੇ ਸੰਸਾਰ ਮੈਨੂੰ ਕੁਛ ਵੀ ਕਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਚਾਹੇ ਲੋਕ ਮੇਰੇ ਤੇ ਦੋਸ਼ ਲਾਉਣ, ਚਾਹੇ ਮੈਨੂੰ ਕੁਚਲਿਆ ਜਾਵੇ, ਦੱਬਿਆ ਜਾਵੇ, ਸਿੱਟਿਆ ਜਾਵੇ ਅਤੇ ਲੋਕਾਂ ਵੱਲੋਂ ਤਿਆਗ ਦਿੱਤਾ ਜਾਵੇ, ਚਾਹੇ ਮੇਰੇ ਤੇ ਝੂਠੇ ਦੋਸ਼ ਲਗਾ ਦਿੱਤੇ ਜਾਣ, ਪਰ ਮੈਂ ਤਿਆਰ ਹਾਂ ਹਰ ਇੱਕ ਚੀਜ਼ ਦੇ ਲਈ, ਕਿਉਂਕਿ ਹੁਣ ਮੈਂ ਇਸ ਚੀਜ਼ ਨੂੰ ਰਿਅਲਾਈਜ਼ ਕਰ ਚੁੱਕਾ ਹਾਂ, ਪਰਮੇਸ਼ਰ ਦੇ ਗਿਆਨ ਨੂੰ ਔਰ ਇਸ ਚੀਜ਼ ਨੂੰ ਕਿ ਪਰਮੇਸ਼ਰ ਸਾਨੂੰ ਕਿੰਨਾ ਪਿਆਰ ਕਰਦੇ ਆ। ਉਹਨੇ ਨਾ ਹੀ ਸਾਨੂੰ ਛੱਡਿਆ ਅਤੇ ਨਾ ਹੀ ਤਿਆਗਿਆ ਆ, ਉਹ ਹਰ ਵੇਲੇ ਸਾਡੇ ਨਾਲ ਆ ਅਤੇ ਮੈਨੂੰ ਅੱਗੇ ਵੀ ਸੰਭਾਲੇਗਾ। ਤਾਂ ਮੈਂ ਇਸ ਸੰਸਾਰ ਦੇ ਵਿੱਚੋਂ ਮਰਨਾ ਚਾਹੁੰਦਾ ਆ। ਇਸ ਕਰਕੇ ਮੈਂ ਬਪਤਿਸਮਾ ਲੈਣਾ ਚਾਹੁੰਦਾ, ਕਿਉਂਕਿ ਮੈਂ ਸੰਸਾਰਿਕ ਇੱਛਾ, ਸੰਸਾਰਿਕ ਲੋਭ, ਸੰਸਾਰਿਕ ਮਾਇਆ ਔਰ ਹਰ ਸੰਸਾਰਿਕ ਚੀਜ਼ ਵਿੱਚੋਂ ਮਰਨਾ ਚਾਹੁੰਦਾ ਆ। ਇਸ ਕਰਕੇ ਮੈਂ ਬਪਤਿਸਮਾ ਲਿਆ। ਅਸੀਂ ਕਿਸ ਲਈ ਲੈਂਦੇ ਹਾਂ? ਕਿ ਅਸੀਂ ਸੰਸਾਰ ਦੇ ਵਿੱਚ ਜਿਉਂਦੇ ਰਹੀਏ, ਕਿ ਸਾਡੇ ਸੰਸਾਰਿਕ ਦੁੱਖ ਰੋਗ ਆ ਇਹ ਦੂਰ ਹੋ ਜਾਣ, ਕਿਤੇ ਅਸੀਂ ਛੇਤੀ ਨਾ ਮਰ ਜਾਈਏ, ਸਾਡੀ ਗਰੀਬੀ ਦੇ ਬੰਧਨ ਦੂਰ ਹੋ ਜਾਣ, ਕਿਤੇ ਅਜਿਹਾ ਨਾ ਹੋਵੇ ਕਿ ਸੰਸਾਰ ਵਿੱਚ ਅਸੀਂ ਦੱਬੇ ਕੁਚਲੇ ਜਾਈਏ। ਪਰ ਯੀਸ਼ੂ ਮਸੀਹ ਨੇ ਸੰਸਾਰ ਵੱਲੋਂ ਦੱਬੇ ਜਾਣ ਦੇ ਲਈ, ਸੰਸਾਰ ਵੱਲੋਂ ਠੋਕਰ ਖਾਣ ਦੇ ਲਈ, ਸੰਸਾਰ ਵੱਲੋਂ ਤੌਬਾ ਕਰਨ ਦੇ ਲਈ, ਸੰਸਾਰ ਵੱਲੋਂ ਆਪਣੇ ਆਪ ਨੂੰ ਤਿਆਗ ਦੇਣ ਦੇ ਲਈ ਔਰ ਸੰਸਾਰ ਨੂੰ ਖਾਸ ਕਰਕੇ ਛੱਡਣ ਦੇ ਲਈ ਬਪਤਿਸਮਾ ਲਿਆ ਸੀ। ਪਰ ਅਸੀਂ ਸੰਸਾਰ ਨੂੰ ਪ੍ਰਾਪਤ ਕਰਨ ਦੇ ਲਈ ਬਪਤਿਸਮਾ ਲੈਂਦੇ ਹਾਂ। ਮੇਰਾ ਖੁਦ ਦਾ ਹੀ ਮਕਸਦ ਸੀ ਕਿ ਮੈਂ ਬਪਤਿਸਮਾ ਲੈ ਲੈਂਦੀ ਹਾਂ ਤਾਂ ਕਿ ਸਾਡੇ ਘਰ ਦੇ ਵਿੱਚ ਜੋ ਕੁਛ ਵੀ ਭੂਤਾਂ ਚੜੇਲਾਂ ਦਾ ਚੱਕਰ ਚੱਲ ਰਿਹਾ ਉਹ ਮੇਰੇ ਤੇ ਨਾ ਚੱਲੇ, ਜੋ ਮੇਰੇ ਸਰੀਰ 'ਚ ਰੋਗ ਬਿਮਾਰੀਆਂ ਇਹ ਨਾ ਹੋਣ। ਮੈਂ ਬਾਹਰ ਵੀ ਜਾਣਾ ਕਿਤੇ, ਜੇ ਹਾਂ ਨਾ ਹੋਵੇ ਕਿ ਮੈਂ ਭੂਤਾਂ ਵੀ ਬਾਹਰ ਹੀ ਲੈ ਜਾਵਾਂ, ਉੱਥੇ ਤਾਂ ਬਾਬੇ ਵੀ ਨਹੀਂ ਮਿਲਣੇ ਜਿਹੜੇ ਮੈਨੂੰ ਠੀਕ ਕਰ ਦੇਣਗੇ। ਤਾਂ ਮੈਂ ਮਤਲਬ ਲਈ ਬਪਤਿਸਮਾ ਲਿਆ ਸੀ, ਪਰ ਪਰਮੇਸ਼ਰ ਨੇ ਉਸ ਚੀਜ਼ ਨੂੰ ਟੋਟਲੀ ਕਲੀਅਰ ਕਰ ਦਿੱਤਾ ਕਿ ਬਪਤਿਸਮਾ ਤੁਹਾਡੇ ਮਤਲਬ ਲਈ ਨਹੀਂ ਆ। ਬਪਤਿਸਮਾ ਮਤਲਬ ਤੋਂ ਫ੍ਰੀ ਹੋਣ ਦੇ ਲਈ ਆ। ਜਦੋਂ ਅਸੀਂ ਮਤਲਬ ਤੋਂ ਫ੍ਰੀ ਹੋ ਜਾਂਦੇ, ਜਦੋਂ ਸਾਡੀਆਂ ਸੰਸਾਰਿਕ ਲਾਲਸਾਵਾਂ ਖਤਮ ਹੋ ਜਾਂਦੀਆਂ, ਜਦੋਂ ਅਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਵੀ ਔਰ ਆਤਮਾ ਵੀ ਪਰਮੇਸ਼ਰ ਨੂੰ ਸੌਂਪ ਦਿੰਦੇ ਹਾਂ ਵੀ ਪ੍ਰਭੂ ਤੇਰਾ ਹੀ ਆ, ਚਾਹੇ ਰੱਖ ਲਾ ਚਾਹੇ ਮਾਰ ਲਾ, ਉਦੋਂ ਇਨਸਾਨ ਬਪਤਿਸਮਾ ਲਵੇ।
ਵਚਨ ਕਹਿੰਦਾ ਚੇਲਿਆਂ ਨੂੰ ਕਹਿੰਦਾ ਜਾਓ ਅਤੇ ਜਾ ਕੇ ਕੌਮਾਂ ਨੂੰ ਚੇਲੇ ਬਣਾਓ ਔਰ ਉਹਨਾਂ ਨੂੰ ਉਹ ਸਿਖਾਓ ਜਿਹੜੇ ਕੰਮਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਅਤੇ ਉਹ ਵੀ ਉਹਨਾਂ ਦੀ ਪਾਲਣਾ ਕਰਨ। ਜਦੋਂ ਮੇਰੇ ਵਚਨ ਅਤੇ ਮੇਰਾ ਗਿਆਨ, ਮੇਰੀ ਸਮਝ, ਮੇਰਾ ਪਿਆਰ, ਮੇਰੀ ਦਇਆ, ਮੇਰੇ ਵੱਡੇ ਕੰਮ ਉਹਨਾਂ ਦੇ ਦਿਲ ਦੇ ਵਿੱਚ ਵਸ ਜਾਣ, ਜਦੋਂ ਉਹ ਇਸ ਚੀਜ਼ ਨੂੰ ਮਹਿਸੂਸ ਕਰ ਲੈਣ ਕਿ ਪਰਮੇਸ਼ਰ ਹੈ ਕੀ ਚੀਜ਼ ਆ, ਫਿਰ ਉਹਨਾਂ ਨੂੰ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਉੱਤੇ ਬਪਤਿਸਮਾ ਦਿਓ। ਹਾਲੇਲੂਇਆ। ਫੇਰ ਦਿਓ ਜਦੋਂ ਉਹ ਪ੍ਰਭੂ ਦੇ ਗਿਆਨ ਨੂੰ ਸਮਝ ਲੈਣ, ਜਦੋਂ ਇਸ ਚੀਜ਼ ਨੂੰ ਪੂਰਨ ਤਰੀਕੇ ਨਾਲ ਸਮਝ ਲੈਣ ਕਿ ਪਰਮੇਸ਼ਰ ਹੈ ਕੀ ਚੀਜ਼ ਆ, ਔਰ ਜਦੋਂ ਉਹ ਇਹ ਚੀਜ਼ ਨੂੰ ਸਮਝ ਲੈਣ ਕਿ ਸੰਸਾਰ ਸਾਡਾ ਨਹੀਂ ਆ ਔਰ ਨਾ ਹੀ ਅਸੀਂ ਸੰਸਾਰ ਦੇ ਆ, ਇਸ ਕਰਕੇ ਸਾਨੂੰ ਸੰਸਾਰਿਕ ਚੀਜ਼ਾਂ ਨਹੀਂ ਚਾਹੀਦੀਆਂ। ਅਸੀਂ ਬਪਤਿਸਮਾ ਹੀ ਇਸ ਲਈ ਲਿਆ ਕਿ ਸਾਨੂੰ ਸੰਸਾਰ ਮਿਲ ਜਾਵੇ, ਪਰ ਬਪਤਿਸਮਾ ਅਸੀਂ ਇਸ ਲਈ ਲੈਣਾ ਕਿ ਸਾਨੂੰ ਸੰਸਾਰ ਚਾਹੇ ਮਿਲੇ ਨਾ ਮਿਲੇ, ਪਰਮੇਸ਼ਰ ਮਿਲ ਜਾਵੇ। ਹਾਲੇਲੂਇਆ। ਤਾਂ ਇਟ ਮੀਨਸ ਅਸੀਂ ਬੱਚਿਆਂ ਨੂੰ ਬਪਤਿਸਮਾ ਨਹੀਂ ਦੇ ਸਕਦੇ ਉਹਨਾਂ ਸਮਾਂ ਤੱਕ ਜਦ ਤੱਕ ਉਹ ਬੱਚੇ ਨੂੰ ਵਚਨ ਦਾ ਨਹੀਂ ਪਤਾ, ਜਦ ਤੱਕ ਪਰਮੇਸ਼ਰ ਦਾ ਨਹੀਂ ਪਤਾ, ਪਵਿੱਤਰ ਆਤਮਾ ਦਾ ਨਹੀਂ ਪਤਾ, ਪੁੱਤਰ ਦਾ ਨਹੀਂ ਪਤਾ, ਪੁੱਤਰ ਨੇ ਸਾਡੇ ਲਈ ਕੀ ਕੀਤਾ ਉਸ ਚੀਜ਼ ਦਾ ਨਹੀਂ ਪਤਾ, ਜਦ ਤੱਕ ਉਹ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਇਆ ਕਿ ਯਿਸੂ ਮਸੀਹ ਕਿਉਂ ਆਇਆ, ਕਿਉਂ ਗਿਆ, ਕਿਉਂ ਮੁਰਦਿਆਂ 'ਚੋਂ ਉੱਠਿਆ, ਆਖਿਰ ਕਿਉਂ ਉਹ ਸਾਡੇ ਲਈ ਮਾਰਿਆ ਗਿਆ, ਔਰ ਆਖਿਰ ਬਪਤਿਸਮਾ ਚੀਜ਼ ਕੀ ਆ, ਬਪਤਿਸਮਾ ਤੋਂ ਪਹਿਲਾਂ ਦਾ ਜੀਵਨ ਕੀ ਔਰ ਬਪਤਿਸਮਾ ਤੋਂ ਬਾਅਦ ਦਾ ਜੀਵਨ ਕੀ ਆ, ਜਦ ਤੱਕ ਉਹਨੂੰ ਇਹ ਚੀਜ਼ ਕਲੀਅਰ ਨਹੀਂ ਹੋ ਜਾਂਦੀ, ਉਹਨਾਂ ਟਾਈਮ ਉਹ ਬੱਚਾ ਬਪਤਿਸਮਾ ਲੈਣ ਦੇ ਲਈ ਰੈਡੀ ਨਹੀਂ ਆ। ਬਹੁਤੇ ਨੇ ਜੋ ਜੰਮਦੇ ਬੱਚੇ ਨੂੰ ਬਪਤਿਸਮਾ ਦੇ ਦਿੰਦੇ ਆ। ਕੈਥੋਲਿਕ ਚਰਚ ਦੇ ਵਿੱਚ ਕੋਈ ਉਮਰ ਨਹੀਂ ਵੇਖੀ ਜਾਂਦੀ, ਚਾਹੇ ਇੱਕ ਬੱਚਾ ਮਹੀਨੇ ਦਾ ਚਾਹੇ 2 ਦਿਨ ਦਾ, ਉਹਨੂੰ ਬਪਤਿਸਮਾ ਦੇ ਦਿੰਦੇ ਆ। ਬਹੁਤ ਸਾਰੀਆਂ ਹੋਰ ਵੀ ਚਰਚਾਂ ਆ ਜਿਨ੍ਹਾਂ ਦੇ ਵਿੱਚ ਬਪਤਿਸਮਾ ਉਮਰ ਦੇ ਹਿਸਾਬ ਨਾਲ ਨਹੀਂ ਦਿੱਤਾ ਜਾਂਦਾ, ਜੋ ਵੀ ਆਉਂਦਾ ਉਹਨੂੰ ਦੇ ਹੀ ਦਿੱਤਾ ਜਾਂਦਾ। ਪਰ ਬਪਤਿਸਮਾ ਦੇਣ ਵਾਲਾ ਹੀ ਸਮਝਾਵੇ ਨਾ ਅਗਰ ਕਿਸੇ ਨੂੰ ਕਿ ਇਹਦਾ ਮਤਲਬ ਕੀ ਆ, ਤਾਂ ਲੋਕ ਅੰਧ ਵਿਸ਼ਵਾਸ 'ਚ ਨਹੀਂ ਡਿੱਗਦੇ, ਕਿਉਂਕਿ ਬਹੁਤ ਸਾਰੀਆਂ ਚਰਚਾਂ ਆ ਜਿਨ੍ਹਾਂ ਨੇ ਇਸ ਰੂਲ ਨੂੰ ਅਲਾਉ ਕਰ ਦਿੱਤਾ ਕਿ ਸਾਡੀ ਚਰਚ ਜਦੋਂ ਆ ਬਪਤਿਸਮਾ ਲਓ, ਪਰ ਉਹ ਇਸ ਚੀਜ਼ 'ਚ ਸਾਨੂੰ ਬੰਨ੍ਹ ਦਿੰਦੇ ਆ ਕਿ ਜਿਹੜੀ ਚਰਚ ਦਾ ਤੁਹਾਡਾ ਬਪਤਿਸਮਾ ਤੁਹਾਨੂੰ ਉੱਥੇ ਹੀ ਆਉਣਾ ਪਵੇਗਾ, ਉਹ ਚਰਚ ਤੁਹਾਡੀ ਮਾਂ ਬਣ ਗਈ ਆ। ਜਦੋਂ ਸਾਡਾ ਬਾਪ ਕੁਆਰਾ ਸੀ, ਜਦੋਂ ਸਾਡੇ ਬਾਪ ਦਾ ਵਿਆਹ ਨਹੀਂ ਹੋਇਆ, ਫਿਰ ਸਾਡੀ ਮਾਂ ਕਿੱਥੋਂ ਆ ਗਈ? ਜਦੋਂ ਸਾਡਾ ਬਾਪ ਆਤਮਿਕ ਆ, ਫਿਰ ਅਸੀਂ ਆਤਮਿਕ ਮਾਂ ਕਿਉਂ ਲੱਭੀਏ? ਜਦੋਂ ਪਿਤਾ, ਪੁੱਤਰ, ਪਵਿੱਤਰ ਆਤਮਾ ਸਾਡੇ ਨਾਲ ਆ, ਫਿਰ ਸਾਨੂੰ ਮਾਂ ਦੀ ਕੀ ਜ਼ਰੂਰਤ ਆ? ਦੈਟ ਮੀਨਸ ਕਿ ਇਹ ਟੋਟਲੀ ਕੰਡੀਸ਼ਨ ਆ। ਦੈਟ ਮੀਨਸ ਕਿ ਉਹ ਸਿਰਫ ਤੁਹਾਨੂੰ ਇੱਕ ਮੈਂਬਰਸ਼ਿਪ ਦੇ ਰਹੇ ਆ, ਤੁਹਾਨੂੰ ਸਿਰਫ ਮੈਂਬਰਸ਼ਿਪ ਦੇ ਲਈ ਬਪਤਿਸਮਾ ਦੇ ਦਿੱਤਾ ਜਾਂਦਾ ਕਿ ਹੁਣ ਅਸੀਂ ਇਹਨਾਂ ਨੂੰ ਬੰਨ੍ਹ ਲਿਆ, ਇਹ ਸਾਡੀ ਚਰਚ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਆ। ਚਰਚ ਸਾਡੀ ਮਾਂ ਨਹੀਂ ਆ। ਚਰਚ ਇੱਕ ਬਿਲਡਿੰਗ ਆ ਜਿੱਥੇ ਅਸੀਂ ਬਹਿ ਕੇ ਪਰਮੇਸ਼ਰ ਦੀ ਸੰਗਤੀ ਕਰਨੀ ਆ, ਧਰਮੀਆਂ ਦੀ ਮੰਡਲੀ 'ਚ ਬਹਿਣਾ ਆ, ਔਰ ਜਿੱਥੇ ਧਰਮੀਆਂ ਦੀ ਮੰਡਲੀ ਆ ਉਸ ਜਗ੍ਹਾ 'ਤੇ ਪਰਮੇਸ਼ਰ ਆਉਂਦਾ ਜ਼ਰੂਰ ਆ। ਇਹ ਨਹੀਂ ਆ ਕਿ ਉਸ ਜਗ੍ਹਾ ਦੀ ਮਿੱਟੀ ਚੱਕ ਕੇ ਖਾ ਲਾਂਗੇ ਤਾਂ ਅਸੀਂ ਬਚਾਏ ਜਾਵਾਂਗੇ। ਉਸ ਮਿੱਟੀ ਦੇ ਵਿੱਚ ਪਰਮੇਸ਼ਰ ਨਹੀਂ ਆ। ਅਸੀਂ ਆਪਣੀ ਅਕਲ ਦੇ ਉੱਤੇ ਮਿੱਟੀ ਖੁਦ ਪਾ ਰਹੇ ਹਾਂ ਕਿ ਸਾਨੂੰ ਜਿੰਨੇ ਪਰਮੇਸ਼ਰ ਨੇ ਹੱਥਾਂ ਨਾਲ ਬਣਾਇਆ ਆ, ਕਿ ਸਾਡੇ ਨਾਲੋਂ ਵੱਧ ਕਿਉਂ ਮਿੱਟੀ ਆ? ਕਿ ਸਾਡੇ ਸਰੀਰ ਨੂੰ ਜਿਹਨੂੰ ਪਰਮੇਸ਼ਰ ਨੇ ਆਪਣੇ ਹੱਥਾਂ ਦੇ ਨਾਲ ਕਿੰਨੇ ਪਿਆਰ ਦੇ ਨਾਲ ਬਣਾਇਆ, ਔਰ ਆਪਣੇ ਨੱਕ ਦੇ ਸਾਹ ਸਾਡੇ ਦੇ ਵਿੱਚ ਫੂਕ ਦਿੱਤੇ, ਕਿ ਉਹ ਇਮਾਰਤ ਜਿਹਨੂੰ ਅਸੀਂ ਬਣਾਇਆ ਉਹ ਸਾਡੇ ਨਾਲੋਂ ਵੱਧ ਪਵਿੱਤਰ ਆ। ਕਿ ਇੱਕ ਬਪਤਿਸਮਾ ਜਿਹੜਾ ਅਸੀਂ ਇੱਕ ਸਾਡੇ ਹੀ ਧਰਤੀ ਦੇ ਪਾਣੀ ਦੇ ਵਿੱਚ ਡੁੱਬ ਕੇ ਨਿਕਲ ਗਏ ਔਰ ਆਪਣੇ ਮਤਲਬ ਦੇ ਲਈ ਉਹਨੂੰ ਯੂਜ਼ ਕਰ ਲਿਆ, ਤਾਂ ਕੀ ਪਰਮੇਸ਼ਰ ਸੈਲਫਿਸ਼ ਆ ਜਾਂ ਫਿਰ ਉਹ ਸਾਡੇ ਹਿਸਾਬ ਨਾਲ ਕੰਮ ਕਰੇਗਾ? ਕੀ ਉਹ ਪਰਮੇਸ਼ਰ ਰਿਸ਼ਵਤਖੋਰ ਆ ਕਿ ਜੋ ਅਸੀਂ ਕਵਾਂਗੇ ਉਵੇਂ ਹੀ ਕਰੇਗਾ? ਕੀ ਸਾਨੂੰ ਲੱਗਦਾ ਕਿ ਉਹ ਪਰਮੇਸ਼ਰ ਨਹੀਂ, ਉਹ ਇਨਸਾਨ ਆ ਜਿਹੜਾ ਅੱਜ ਕੁਛ ਹੋਰ ਕਹਿੰਦਾ ਤੇ ਕੱਲ੍ਹ ਕੁਛ ਹੋਰ ਕਹੇਗਾ? ਜੇ ਵਚਨ ਦੇ ਵਿੱਚ ਉਸ ਸਮੇਂ ਇਹ ਗੱਲ ਲਿਖੀ ਗਈ ਨਾ ਕਿ ਜਾਓ ਅਤੇ ਜਾ ਕੇ ਉਹਨਾਂ ਨੂੰ ਚੇਲੇ ਬਣਾਓ, ਮੇਰੇ ਵਚਨਾਂ ਦਾ ਗਿਆਨ ਬੁੱਧ ਸਮਝ ਉਹਨਾਂ ਨੂੰ ਦਿਓ, ਕਹਿੰਦਾ ਜਦੋਂ ਉਹ ਹੁਕਮ ਅਤੇ ਵਿਧੀਆਂ ਦੀ ਪਾਲਣਾ ਕਰਨਗੇ, ਜਦੋਂ ਉਹ ਜਾਣ ਲੈਣਗੇ ਕਿ ਪਰਮੇਸ਼ਰ ਕੀ ਚੀਜ਼ ਆ, ਉਸ ਸਮੇਂ ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ। ਪਰ ਬਪਤਿਸਮਾ ਕਿਸੇ ਨੂੰ ਬੰਨਣ ਦੇ ਲਈ ਨਹੀਂ ਕਿਹਾ ਸੀ। ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਉਹਨਾਂ ਨੂੰ ਬੰਨ੍ਹ ਲਓ। ਜੇ ਪਤਰਸ ਨੇ ਮਤਲਬ ਬਪਤਿਸਮਾ ਦਿੱਤਾ ਤੇ ਪਤਰਸ ਅੱਜ ਤੋਂ 10 ਦੇਸ਼ ਛੱਡ ਕੇ ਕਿਤੇ ਚਲਾ ਗਿਆ, ਤਾਂ ਉਹ ਕਲੀਸਿਆ ਜਿਹਨੇ ਬਪਤਿਸਮਾ ਲਿਆ ਉਹ ਪਤਰਸ ਦੇ ਮਗਰ ਹੀ ਜਾਵੇ 10 ਦੇਸ਼ ਛੱਡ ਕੇ, ਭਾਵੇਂ ਉਹਦੇ ਕੋਲੇ ਖਾਣ ਨੂੰ ਰੋਟੀ ਹੋਵੇ ਨਾ ਹੋਵੇ, ਉਹ ਉੱਥੇ ਹੀ ਜਾਵੇ ਜਿੱਥੇ ਉਹਨੇ ਬਪਤਿਸਮਾ ਲਿਆ, ਜਿੱਥੇ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀ। ਕਿ ਉਸ ਤੋਂ ਬਾਅਦ ਉਸ ਜਗ੍ਹਾ ਤੇ ਗਏ
ਬਹੁਤੀਆਂ ਚਰਚਾਂ ਜੋ ਚਰਚ ਦੇ ਵਿੱਚ ਬਪਤਿਸਮਾ ਦਿੰਦੀਆਂ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ ਤਾਂ ਕੀ ਯਿਸੂ ਮਸੀਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਜਾਂਦੇ ਸੀ, ਜਾਂ ਫਿਰ ਕੀ ਯਿਸੂ ਮਸੀਹ ਦਾ ਗਿਆਨ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਥੋੜ੍ਹਾ ਸੀ, ਜਾਂ ਫਿਰ ਉਸ ਯੂਹੰਨਾ ਨੂੰ ਪਰਮੇਸ਼ਰ ਨੇ ਯਿਸੂ ਮਸੀਹ ਨਾਲੋਂ ਉੱਪਰ ਕੀਤਾ ਸੀ? ਅਜਿਹੇ ਵਹਿਮ ਭਰਮ ਬਹੁਤ ਜ਼ਿਆਦਾ ਵੱਧ ਚੁੱਕੇ ਆ। ਮੈਨੂੰ ਇਹ ਲੱਗਦਾ ਸੀ ਕਿ ਅਸੀਂ ਦੂਜੇ ਧਰਮਾਂ 'ਚ ਸੀਗੇ, ਮੂਰਤੀ ਪੂਜਾ 'ਚ ਸੀਗੇ, ਤਾਂ ਅਸੀਂ ਵਹਿਮਾਂ 'ਚ ਸੀਗੇ। ਪਰ ਮੈਂ ਮਸੀਹ ਲਾਈਫ ਦੇ ਵਿੱਚ ਆ ਕੇ ਦੇਖਿਆ, ਜਿੰਨੇ ਲੋਕਾਂ ਨਾਲ ਮੈਂ ਗੱਲਬਾਤ ਕਰਦੀ ਹਾਂ, ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਕਿ ਅਸੀਂ ਅੱਜ ਵੀ ਵਹਿਮ ਦੇ ਵਿੱਚ ਹਾਂ। ਸਾਡਾ ਮਸੀਹ 'ਚ ਆਇਆਂ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ। ਅਸੀਂ ਅੱਜ ਵੀ ਇਹੀ ਕਹਿੰਦੇ ਹਾਂ। ਅਸੀਂ ਉਦੋਂ ਕੀ ਕਹਿੰਦੇ ਸੀ ਜੀ, ਬਾਬਾ ਥੌਲਾ ਪਾਏਗਾ ਤਾਂ ਅਸੀਂ ਠੀਕ ਹੋ ਜਾਵਾਂਗੇ, ਫਲਾਣਾ ਬਾਬੇ ਕੋਲ ਜਾਓ, ਉਹ ਥੌਲੇ ਪਾਉਂਦਾ ਤੇ ਬੰਦਾ ਠੀਕ ਹੋ ਜਾਂਦਾ। ਤੇ ਇਹਨਾਂ ਨੇ ਪਾਸਟਰਾਂ ਨੂੰ ਥੌਲੇ ਪਾਉਣ ਵਾਲੇ ਬਾਬੇ ਬਣਾ ਲਿਆ ਆ ਕਿ ਜੇ ਪਾਸਟਰ ਹੀ ਸਾਡੇ ਤੇ ਥੌਲਾ ਪਾਏਗਾ ਤਾਂ ਅਸੀਂ ਚੰਗੇ ਹੋਵਾਂਗੇ, ਨਹੀਂ ਤਾਂ ਜੀ ਅਸੀਂ ਨਹੀਂ ਠੀਕ ਹੋ ਸਕਦੇ। ਇਹਦਾ ਮਤਲਬ ਜੇ ਬਪਤਿਸਮਾ ਲਵਾਂਗੇ ਅਸੀਂ ਉਸ ਚਰਚ 'ਚ ਜਾਵਾਂਗੇ। ਜੇ ਅਸੀਂ ਬਪਤਿਸਮਾ ਲੈ ਕੇ ਆਪਣੀ ਚਰਚ ਛੱਡ ਦਿੱਤੀ ਤੇ ਅਸੀਂ ਤਾਂ ਮਾਰੇ ਜਾਵਾਂਗੇ, ਸਾਡਾ ਤਾਂ ਕੋਈ ਫਾਇਦਾ ਹੀ ਨਹੀਂ ਹੋਣਾ, ਕਿਉਂਕਿ ਸਾਡਾ ਹੀ ਮਨ, ਸਾਡਾ ਹੀ ਵਿਸ਼ਵਾਸ ਇਹ ਕਹਿ ਰਿਹਾ ਨਾ ਕਿ ਪਰਮੇਸ਼ਰ ਤਾਂ ਉਸ ਬਪਤਿਸਮੇ ਤੇ ਡਿਪੈਂਡ ਕਰਦਾ ਜਿਹੜਾ ਬਪਤਿਸਮਾ ਅਸੀਂ ਚਰਚ ਤੋਂ ਲੈ ਲਿਆ ਆ। ਔਰ ਉਹ ਬਪਤਿਸਮਾ ਜਿਹੜੀ ਚਰਚ ਤੋਂ ਅਸੀਂ ਨਾ ਲਿਆ ਤਾਂ ਪਰਮੇਸ਼ਰ ਗੁੱਸਾ ਕਰੇਗਾ ਵੀ ਤੁਸੀਂ ਉੱਥੋਂ ਬਪਤਿਸਮਾ ਲੈ ਕੇ ਤੇ ਉੱਥੇ ਗਏ ਕਿਉਂ ਨਹੀਂ। ਇਹਦਾ ਮਤਲਬ ਯਿਸੂ ਮਸੀਹ ਤਾਂ ਫਿਰ ਸਭ ਤੋਂ ਵੱਡੇ ਗੁਨਹਗਾਰ ਸੀ। ਉਹਨਾਂ ਨੇ ਜਿਸ ਨਦੀ ਤੇ ਬਪਤਿਸਮਾ ਲਿਆ ਸੀ, ਉਸ ਨਦੀ ਵੱਲ ਤਾਂ ਉਹਨਾਂ ਨੇ ਮੁੜ ਕੇ ਉੱਥੇ ਆਏ ਹੋਈ ਨਹੀਂ, ਉਹ ਨਦੀ ਵਿੱਚ ਤਾਂ ਕਦੇ ਵੀ ਨਹੀਂ ਉਹ ਮੁੜ ਕੇ ਪੜੇ। ਇਹਦਾ ਮਤਲਬ ਉਹਨਾਂ ਨੇ ਤਾਂ ਆਪਣੇ ਗੁਰੂ ਦਾ ਸਭ ਤੋਂ ਵੱਡਾ, ਆਪਣੀ ਮਾਤਾ ਦਾ ਸਭ ਤੋਂ ਵੱਡਾ ਅਪਮਾਨ ਕਰ ਦਿੱਤਾ। ਸੰਸਾਰਿਕ ਚੀਜ਼ਾਂ, ਸੰਸਾਰਿਕ ਗਿਆਨ ਸਾਨੂੰ ਅੰਧ ਵਿਸ਼ਵਾਸੀ ਬਣਾਈ ਜਾਂਦਾ। ਔਰ ਸਭ ਤੋਂ ਵੱਡੀ ਗੱਲ ਸਾਡੀ ਇਹ ਆ ਵੀ ਅਸੀਂ ਕਿਸੇ ਹੋਰ ਦੇ ਦਿਮਾਗ ਦੇ ਨਾਲ ਚੱਲਣ ਲੱਗ ਗਏ ਹਾਂ। ਅਸੀਂ ਆਪਣਾ ਦਿਮਾਗ ਯੂਜ਼ ਹੀ ਨਹੀਂ ਕਰਦੇ। ਜੋ ਵਚਨ ਕਿਸੇ ਹੋਰ ਕੋਲ ਆ, ਜੋ ਵਚਨ ਮੇਰੇ ਕੋਲ ਆ, ਉਹੀ ਵਚਨ, ਉਹੀ ਬਾਈਬਲ ਤੁਹਾਡੇ ਕੋਲ ਵੀ ਆ। ਕਿਉਂ ਅਸੀਂ ਉਹਨੂੰ ਖੋਲ੍ਹ ਕੇ ਪੜ੍ਹਨਾ ਸ਼ੁਰੂ ਨਹੀਂ ਕਰਦੇ? ਕਿਉਂ ਅਸੀਂ ਇਸ ਚੀਜ਼ 'ਤੇ ਫੋਕਸ ਕਰਦੇ ਵੀ ਕੋਈ ਸਾਨੂੰ ਦੱਸੇ ਤਾਂ ਸਾਨੂੰ ਸਮਝ ਆਵੇਗਾ? ਇੱਕ ਸਿੰਪਲ ਥਿੰਗ ਆ, ਹਰ ਇੱਕ ਨੂੰ ਸਮਝ ਨਹੀਂ ਆਉਂਦੀ, ਠੀਕ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਵੀ ਜੋ ਹੀ ਕਿਸੇ ਨੇ ਕਹਿ ਤਾ ਉਹੀ ਆ। ਜੇ ਅੱਜ ਮੈਂ ਇੱਕ ਗੱਲ ਕਹਿ ਰਹੀ ਹਾਂ ਕਿ ਬਪਤਿਸਮਾ ਲੈ ਕੇ ਸਾਨੂੰ ਉਸ ਚਰਚ ਦੀ ਮੈਂਬਰਸ਼ਿਪ ਮਿਲ ਜਾਵੇ ਜਾਂ ਉਸ ਚਰਚ ਦੇ ਵਿੱਚ ਅਸੀਂ ਬੰਨੇ ਗਏ ਹਾਂ, ਇਹ ਕੰਡੀਸ਼ਨ ਨਹੀਂ ਹੈ, ਮੈਂ ਇਸ ਚੀਜ਼ ਨੂੰ ਫੋਲੋ ਨਹੀਂ ਕਰਦੀ। ਤੁਹਾਨੂੰ ਇਹ ਚੀਜ਼ 'ਤੇ ਵਿਸ਼ਵਾਸ ਹੈ, ਤੁਸੀਂ ਮੰਨ ਲਿਆ। ਕੱਲ੍ਹ ਨੂੰ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਜਾਓ ਪਹਾੜ ਤੋਂ ਛਾਲ ਮਾਰ ਦਿਓ, ਯਿਸੂ ਨੇ ਕਿਹਾ ਕਿ ਉੱਥੇ ਤੁਹਾਨੂੰ ਦੂਤਾਂ ਨੂੰ ਹੁਕਮ ਦੇਵੇਗਾ, ਉਹ ਤੁਹਾਨੂੰ ਹੱਥਾਂ 'ਤੇ ਚੱਕ ਲਏਗਾ। ਇਹਦਾ ਮਤਲਬ ਤੁਸੀਂ ਆਪਣੀ ਸਮਝ ਵੀ ਤਾਂ ਯੂਜ਼ ਕਰ ਸਕਦੇ ਹੋ ਨਾ ਵੀ ਇਹਨੇ ਇੱਕ ਗੱਲ ਸਹੀ ਕਹੀ ਸੀ, ਉਹ ਸਹੀ ਸੀ, ਪਰ ਜਿੱਥੇ ਇਹ ਗਲਤ ਆ ਉੱਥੇ ਤਾਂ ਗਲਤ ਆ ਨਾ। ਸਾਨੂੰ ਇਹ ਲੱਗਦਾ ਕਿ ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਉਹ ਸਾਡੇ ਦਾਸ ਆ, ਉਹ ਜੋ ਕਹਿਣਗੇ ਸਹੀ ਕਹਿਣਗੇ। ਮੈਂ ਵੀ ਜੋ ਕਹਿ ਰਹੀ ਹਾਂ ਉਹ 100% ਸਹੀ ਨਹੀਂ ਹੋ ਸਕਦਾ ਮੇਰੇ ਤੋਂ ਵੀ ਕਿਤੇ ਗਲਤੀ ਹੋ ਜਾਂਦੀ ਹੋਵੇ, ਪਰ ਐਟਲੀਸਟ ਕੋਈ ਹਿੰਮਤ ਤਾਂ ਕਰੇ। ਸਿਰਫ ਇੱਕ ਬ੍ਰਦਰ ਆ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਤੇ ਉਹ ਮੇਰੀ ਗਲਤੀ ਕੱਢਦੇ ਆ ਕਿ ਸਿਸਟਰ ਤੁਹਾਡੇ ਤੋਂ ਇੱਥੇ ਗਲਤੀ ਹੋ ਗਈ ਸੀ, ਤਾਂ ਮੈਂ ਉਹਨਾਂ ਨੂੰ ਕਹਿੰਦੀ ਕਿ ਹਾਂਜੀ ਬ੍ਰਦਰ ਹੋ ਗਈ, ਮੈਥੋਂ ਮਾफ़ ਕਰਨਾ, ਅੱਗੇ ਤੋਂ ਮੈਂ ਸਹੀ ਕਰਾਂਗੀ। ਕਿਉਂਕਿ ਜ਼ਿਆਦਾਤਰ ਮੇਰੇ ਤੋਂ ਲਿਖਣ 'ਚ ਹੀ ਗਲਤੀ ਹੁੰਦੀ ਆ। ਜੋ ਮੈਂ ਲਿਖਦੀ ਹਾਂ, ਕਈ ਵਾਰੀ ਮੈਂ ਜਲਦਬਾਜ਼ੀ 'ਚ ਚੈਪਟਰ ਲਿਖ ਦਿੰਦੀ ਹਾਂ, ਉਹਦੇ ਵਿੱਚ ਕਈ ਵਾਰੀ 15 ਦਾ 18 ਹੋ ਜਾਂਦਾ, 18 ਦਾ 19 ਹੋ ਜਾਂਦਾ। ਲਿਖਣ 'ਚ ਮੈਥੋਂ ਬਹੁਤ ਵਾਰ ਗਲਤੀ ਹੋਈ ਹੈ ਕਿਉਂਕਿ ਉਹ ਬਾਈਬਲ ਖੋਲ੍ਹ ਕੇ ਪੜ੍ਹਦੇ ਨੇ, ਉਹਨਾਂ ਨੇ ਮੈਨੂੰ ਬਹੁਤ ਵਾਰ ਦੱਸਿਆ ਕਿ ਤੁਸੀਂ ਲਿਖਣ 'ਚ ਇੱਥੇ ਗਲਤੀ ਕਰ ਦਿੱਤੀ, ਤਾਂ ਉੱਥੋਂ ਮੈਥੋਂ ਹੋ ਜਾਂਦੀ ਹੈ ਕਈ ਵਾਰ। ਪਰ ਹਾਂ, ਐਟਲੀਸਟ ਉਸ ਪਰਸਨ 'ਚ ਇੰਨੀ ਹਿੰਮਤ ਤਾਂ ਹੈ ਨਾ ਕਿ ਭਾਵੇਂ ਉਹ ਪਰਮੇਸ਼ਰ ਦੇ ਦਾਸ ਨੂੰ ਕਹਿ ਰਿਹਾ, ਪਰ ਉਹ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿ ਰਿਹਾ ਆ। ਇਸ ਲਈ ਕੋਈ ਇਨਸਾਨ ਕਿਸ ਅਹੁਦੇ 'ਤੇ ਆ ਉਹ ਡਿਪੈਂਡ ਨਹੀਂ ਕਰਦਾ, ਜੋ ਉਹ ਗਲਤ ਕਰ ਰਿਹਾ ਉਹ ਗਲਤ ਹੀ ਆ। ਜਿਹੜੀਆਂ ਚਰਚਾਂ ਬਹੁਤ ਛੋਟੇ ਬੱਚਿਆਂ ਨੂੰ ਬਪਤਿਸਮਾ ਦੇ ਰਹੀਆਂ, ਜਿਨ੍ਹਾਂ ਨੂੰ ਬਪਤਿਸਮੇ ਦਾ ਮਤਲਬ ਨਹੀਂ ਪਤਾ, ਉਹ ਗਲਤ ਆ ਤਾਂ ਗਲਤ ਹੀ ਆ। ਚਾਹੇ ਉਹ ਚਰਚ ਕਿੰਨੀ ਵੀ ਫੇਮਸ ਕਿਉਂ ਨਾ ਹੋਵੇ, ਚਰਚ ਫੇਮਸ ਆ, ਦੁਨੀਆਦਾਰੀ 'ਚ ਉਹਨੇ ਨਾਮ ਖੱਟ ਲਿਆ, ਪਰ ਵਚਨ ਦੇ ਖਿਲਾਫ ਆ ਜੋ, ਉਹ ਖਿਲਾਫ ਹੀ ਆ। ਇਸ ਕਰਕੇ ਬਪਤਿਸਮਾ ਨੂੰ ਸਿਰਫ ਇੱਕ ਰਸਮ ਦੇ ਤਰੀਕੇ ਨਾਲ ਗ੍ਰਹਿਣ ਨਾ ਕਰੋ ਕਿ ਅਸੀਂ ਲੈਣਾ ਹੀ ਲੈਣਾ ਆ। ਬਪਤਿਸਮਾ ਲੈਣ ਦਾ ਮਤਲਬ ਕੀ ਆ? ਆਪਣੇ ਆਪ ਨੂੰ ਪਵਿੱਤਰ ਕਰਨਾ, ਪਰਮੇਸ਼ਰ ਦੇ ਵਚਨਾਂ ਦੇ ਵਿੱਚ ਬੰਨਣਾ, ਗਲਤ ਦਾ ਗਲਤ, ਸਹੀ ਦਾ ਸਹੀ ਖੁਦ ਪਰਖਣਾ। ਜਦੋਂ ਸਾਡੇ ਵਿੱਚ ਗਲਤ ਸਹੀ ਦੀ ਪਰਖ ਪਹਿਚਾਣ ਆ ਜਾਏਗੀ ਕਿ ਪਰਮੇਸ਼ਰ ਕੀ ਆ, ਦੁਸ਼ਟ ਕੀ ਆ, ਦੁਸ਼ਟ ਕੀ ਕਰਦਾ, ਪਰਮੇਸ਼ਰ ਕੀ ਕਰਦਾ, ਸਾਨੂੰ ਕਿੱਧਰ ਜਾਣਾ ਚਾਹੀਦਾ, ਪਰਮੇਸ਼ਰ ਦੇ ਵੱਲ, ਫਿਰ ਅਸੀਂ ਬਪਤਿਸਮਾ ਲਈਏ, ਸਾਡਾ ਬਪਤਿਸਮਾ ਸਫਲ ਆ। ਕਿਉਂਕਿ ਪਰਮੇਸ਼ਰ ਸਾਨੂੰ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਾਉਣਾ ਚਾਹੁੰਦਾ। ਪਰਮੇਸ਼ਰ ਕਹਿੰਦਾ ਸੰਸਾਰਿਕ ਸਰੂਪ ਵਰਗੇ ਨਾ ਬਣੋ, ਕਹਿੰਦਾ ਤੁਹਾਡੀ ਬੁੱਧ ਆ ਜਿਹੜੀ ਉਹ ਮੈਂ ਨਵੇਂ ਸਿਰੇ ਦੀ ਕੀਤੀ ਆ। ਵਚਨ 'ਚੋਂ ਅਸੀਂ ਪੜਾਂਗੇ ਰੋਮੀਆਂ 12 ਉਹਦੀ 2 ਨੰਬਰ ਆਇਤ ਨੂੰ। ਇਸ ਲਈ ਸੰਸਾਰਿਕ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਕਾਰਨ ਤੁਹਾਡਾ ਚਾਲ ਚੱਲਣ ਵੀ ਬਦਲਦਾ ਜਾਵੇ, ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਇੱਛਾ ਕੀ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ
ਕਹਿੰਦਾ ਸੰਸਾਰਿਕ ਰੂਪ ਵਰਗੇ ਨਾ ਬਣੋ। ਜਦੋਂ ਅਸੀਂ ਗੈਰ ਧਰਮ ਵਿੱਚ ਸੀ ਸਾਨੂੰ ਨਹੀਂ ਸੀ ਪਤਾ ਵੀ ਜੇ ਨਾਰੀਅਲ ਨੂੰ ਅਸੀਂ ਪਾਣੀ 'ਚ ਤਾਰ ਦੇਵਾਂਗੇ ਤਾਂ ਨਾਰੀਅਲ ਨੂੰ ਕੀ ਪਤਾ ਵੀ ਸਾਡੇ ਘਰੋਂ ਪਾਪ ਵੀ ਚੱਕ ਕੇ ਲੈ ਕੇ ਜਾਣੇ ਆ। ਸਾਨੂੰ ਬਾਬੇ ਨੇ ਕਹਿਤਾ ਤਾਰ ਦਿੱਤਾ, ਅਸੀਂ ਤਾਰ ਦਿੱਤਾ। ਜੇ ਅੱਜ ਅਸੀਂ ਵੀ ਉਸੇ ਸੰਸਾਰਿਕ ਸਰੂਪ ਵਰਗੇ ਬਣੇ ਫਿਰਦੇ ਹਾਂ ਫਿਰ ਸਾਡਾ ਮਸੀਹ ਦੇ ਵਿੱਚ ਆਉਣ ਦਾ ਕੀ ਫਾਇਦਾ। ਸਾਨੂੰ ਪਾਸਟਰ ਨੇ ਕਹਿ ਦਿੱਤਾ ਕਿ ਇਸ ਚਰਚ ਦੀ ਮਿੱਟੀ ਚੱਕ ਕੇ ਖਾ ਲਓ ਤਾਂ ਤੁਸੀਂ ਠੀਕ ਹੋ ਜਾਓਗੇ। ਕੀ ਸਾਨੂੰ ਪਰਮੇਸ਼ਰ ਨੇ ਨਹੀਂ ਕਿਹਾ ਕਿ ਵਿਅਰਥ ਦੇ ਵਹਿਮ ਭਰਮ ਦੇ ਵਿੱਚੋਂ ਬਾਹਰ ਨਿਕਲੋ। ਜੇ ਸਾਨੂੰ ਮਿੱਟੀ ਹੀ ਚੰਗੀ ਕਰ ਦੇਵੇ ਤਾਂ ਲੋਕ ਤਾਂ ਚਰਚ ਵਿੱਚ ਟੋਏ ਪੱਟ ਦੇਣ, ਟਰਾਲੀਆਂ ਭਰ ਭਰ ਮਿੱਟੀ ਦੇ ਲੈ ਜਾਣ। ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣਾ ਪਹਿਚਾਨੋ, ਕਿਉਂਕਿ ਵਚਨ ਕਹਿੰਦਾ ਸੰਸਾਰਿਕ ਰੂਪ ਵਰਗੇ ਨਾ ਬਣੋ। ਇਹ ਸੰਸਾਰ ਦੀ ਸਮਝ ਆ ਜੋ ਉਹ ਕਹਿੰਦੇ ਆ, ਪਰ ਪਰਮੇਸ਼ਰ ਸਾਨੂੰ ਕੀ ਕਹਿੰਦਾ, ਉਸ ਚੀਜ਼ ਨੂੰ ਪਹਿਚਾਨੋ ਕਿਉਂਕਿ ਤੁਸੀਂ ਨਵੇਂ ਕੀਤੇ ਗਏ ਆ, ਤੁਸੀਂ ਨਵੇਂ ਨੇਮ ਦੇ ਅਧਿਕਾਰੀ ਆ। ਨਵਾਂ ਕੀਤਾ ਪਰਮੇਸ਼ਰ ਨੇ ਤੁਹਾਡੇ ਸੁਭਾਅ ਨੂੰ, ਤੁਹਾਡੇ ਕੰਮਾਂ ਨੂੰ, ਤੁਹਾਡੇ ਚਾਲ ਚੱਲਣ ਨੂੰ, ਤੁਹਾਡੇ ਮਨ ਨੂੰ। ਅਤੇ ਪਰਮੇਸ਼ਰ ਕਹਿੰਦਾ ਪੁਰਾਣੇ ਸਰੂਪ ਨੂੰ ਹੁਣ ਛੱਡ ਦਿਓ। ਅੰਧ ਵਿਸ਼ਵਾਸਾਂ ਚੋਂ ਮੈਂ ਤੁਹਾਨੂੰ ਕੱਢ ਕੇ ਲਿਆਇਆ ਤੇ ਤੁਸੀਂ ਮੇਰੇ ਵਚਨ ਨੂੰ ਹੀ ਅੰਧ ਵਿਸ਼ਵਾਸ ਦੇ ਨਾਲ ਗ੍ਰਹਿਣ ਕਰ ਰਹੇ ਹੋ। ਕਹਿੰਦਾ ਜੋ ਕਿ ਤੁਹਾਡੇ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਇੱਛਾ ਇਹੀ ਆ ਤੇ ਤੁਸੀਂ ਇਹਨੂੰ ਪੂਰਾ ਕਰੋ ਕਿ ਆਪਣੇ ਸਰੂਪ ਨੂੰ ਨਵਾਂ ਕਰੋ, ਆਪਣੀ ਬੁੱਧ ਨੂੰ ਨਵਾਂ ਕਰੋ, ਆਪਣੇ ਚਾਲ ਚੱਲਣ ਨੂੰ ਨਵਾਂ ਕਰੋ। ਪੁਰਾਣੀ ਸੋਚ, ਪੁਰਾਣੀ ਹੀ ਗੱਲਾਂ ਅਤੇ ਪੁਰਾਣੇ ਰੂਪ ਦੇ ਵਿੱਚ ਨਾ ਚੱਲੋ ਕਿਉਂਕਿ ਤੁਹਾਡਾ ਸਰੂਪ ਮਸੀਹੀ ਸਰੂਪ ਆ ਔਰ ਮਸੀਹ ਨਵਾਂ ਨੇਮ ਆ। ਔਰ ਨਵੇਂ ਨੇਮ ਦੇ ਵਿੱਚ ਜੇ ਅਸੀਂ ਨਵੇਂ ਨਾ ਹੋਏ ਤਾਂ ਸਾਡਾ ਇਸ ਚੀਜ਼ ਨੂੰ ਗ੍ਰਹਿਣ ਕਰਨ ਦਾ ਕੋਈ ਫਾਇਦਾ ਨਹੀਂ। ਬਪਤਿਸਮਾ ਇੱਕ ਉਹ ਰਸਮ ਆ ਜਿਹਦੇ ਦੁਆਰਾ ਅਸੀਂ ਸੰਸਾਰ ਦੇ ਪਾਪਾਂ ਵੱਲੋਂ ਧੋ ਕੇ ਸ਼ੁੱਧ ਕੀਤੇ ਜਾਂਦੇ ਹਾਂ। ਅਗਰ ਅਸੀਂ ਛੋਟੇ ਬੱਚੇ ਨੂੰ ਬਪਤਿਸਮਾ ਦਵਾ ਦਿੱਤਾ, ਉਸ ਸਮੇਂ ਉਹਨੇ ਕੋਈ ਖਾਸ ਵੱਡੇ ਪਾਪ ਨਹੀਂ ਕੀਤੇ ਹੁੰਦੇ, ਕਿਸੇ ਦੀ ਟੌਫੀ ਖੋਈ ਹੁੰਦੀ ਜਾਂ ਫਿਰ ਜ਼ਬਰਦਸਤੀ ਦੇ ਨਾਲ ਜਿੱਦ ਕਰਕੇ ਘਰਦਿਆਂ ਤੋਂ ਪੈਸੇ ਲਏ ਹੁੰਦੇ ਆ, ਇੰਨੇ ਕੁ ਪਾਪ ਅਸੀਂ ਉਹਦੇ ਚਲੋ ਮਾਫ ਕਰਾ ਦਿੱਤੇ। ਪਰ ਜਿਹੜੇ ਉਹਨੇ ਜਵਾਨੀ ਦੇ ਵੇਲੇ ਪਾਪ ਕਰਨੇ, ਉਹਨਾਂ ਪਾਪਾਂ ਦਾ ਕੀ? ਜਿਹੜੇ ਸਾਡੇ ਤੋਂ ਅੱਜ ਤੋਂ ਪਹਿਲਾਂ ਪਾਪ ਹੋ ਗਏ ਉਹ ਪਾਪ ਤਾਂ ਮਾਫ ਹੋ ਗਏ, ਪਰ ਐਟਲੀਸਟ ਅੱਜ ਸਾਨੂੰ ਸਮਝ ਤਾਂ ਹੈ ਨਾ। ਇੱਕ ਵੱਡਾ ਬੰਦਾ, ਇੱਕ ਸਮਝਦਾਰ ਬੰਦਾ ਜੋ ਬਪਤਿਸਮਾ ਲੈ ਰਿਹਾ, ਉਹਨੂੰ ਇਹ ਚੀਜ਼ ਸਮਝ ਤਾਂ ਹੈ ਨਾ ਕਿ ਮੈਂ ਹੁਣ ਅੱਜ ਤੋਂ ਪਹਿਲਾਂ ਜੋ ਕਰ ਲਿਆ। ਬਪਤਿਸਮਾ ਕਹਿੰਦਾ ਵੀ ਹੁਣ ਇਹ ਤੋਂ ਬਾਅਦ ਨਹੀਂ ਤੁਸੀਂ ਪਾਪ ਕਰਨੇ, ਕਿਉਂਕਿ ਜੇ ਤੁਸੀਂ ਕਰੋਗੇ ਤਾਂ ਤੁਹਾਡੇ ਤੇ ਡਬਲ ਸਜ਼ਾ ਹੋਵੇਗੀ। ਉਸ ਬੱਚੇ ਨੂੰ ਕੀ ਪਤਾ ਕਿ ਮੈਂ ਅੱਜ ਤੋਂ ਪਹਿਲਾਂ ਜੋ ਕਰ ਲਿਆ ਹੁਣ ਮੈਂ ਅੱਗੇ ਪਾਪ ਨਹੀਂ ਕਰਨੇ। ਉਹ ਤਾਂ ਇਹ ਚੀਜ਼ ਬਚਪਨੇ ਦੇ ਵਿੱਚ ਹੀ ਲੈ ਜਾਏਗਾ ਨਾ, ਇੱਕ ਰਸਮ, ਇੱਕ ਪਾਰਟੀ ਦੇ ਤੌਰ ਤੇ ਇੰਜੋਏ ਕਰਕੇ ਉੱਥੋਂ ਆ ਜਾਏਗਾ, ਬਸ ਇੱਕ ਮਜ਼ੇ ਨਾਲ ਸਵਿਮਿੰਗ ਪੂਲ 'ਚ ਡੁੱਬੀ ਲਾਈ ਔਰ ਬਾਹਰ ਨਿਕਲ ਆਇਆ ਤੇ ਹੋ ਗਿਆ ਬਪਤਿਸਮਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਮੇਰਾ ਬਪਤਿਸਮਾ ਹੋ ਗਿਆ, ਉਹਨੂੰ ਤਾਂ ਇਹ ਪਤਾ ਹੀ ਨਹੀਂ ਕਿ ਬਪਤਿਸਮਾ, ਉਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਕੀ ਫਾਇਦਾ ਹੋ ਜੇ ਬਪਤਿਸਮੇ ਦਾ? ਬਪਤਿਸਮੇ ਨੂੰ ਸਿਰਫ ਇੱਕ ਰਸਮ ਸਮਝ ਕੇ ਪੂਰਾ ਨਾ ਕਰੋ, ਐਨਾਲਾਈਜ਼ ਕਰੋ, ਉਹਦੀ ਅਸਲੀ ਮਤਲਬ ਨੂੰ ਫੀਲ ਕਰੋ, ਰਿਅਲਾਈਜ਼ ਕਰੋ। ਜਿਸ ਦਿਨ ਤੁਸੀਂ ਸਮਝ ਜਾਓਗੇ ਬਪਤਿਸਮਾ ਕੀ ਆ, ਪਰਮੇਸ਼ਰ ਤੁਹਾਨੂੰ ਉਸ ਦਿਨ ਕਹਿੰਦਾ ਕਿ ਉਸ ਦਿਨ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਲਓ। ਤਾਂ ਆਓ ਅੱਜ ਆਪਾਂ ਸਾਰੇ ਮਿਲ ਕੇ ਆਪਣੇ ਸਾਰੇ ਅੰਧ ਵਿਸ਼ਵਾਸ ਤੋਂ ਜਿਹਦੇ ਕਰਕੇ ਅਸੀਂ ਡਿੱਗਦੇ ਜਾ ਰਹੇ ਹਾਂ, ਔਰ ਖਾਸ ਕਰਕੇ ਉਹ ਭੈਣ ਭਾਈ ਤੌਬਾ ਕਰਨ, ਔਰ ਨਾਲ ਮੈਂ ਵੀ ਕਰਾਂਗੀ ਕਿ ਪਰਮੇਸ਼ਰ, ਮੈਂ ਖੁਦ ਵੀ ਔਰ ਜਿੰਨਾ ਵੀ ਭੈਣਾਂ ਭਾਈਆਂ ਨੇ ਸਿਰਫ ਇਸ ਚੀਜ਼ ਦੇ ਲਈ ਬਪਤਿਸਮਾ ਲੈ ਲਿਆ ਆ ਕਿ ਸਾਡੇ ਤੇ ਜਾਦੂ ਟੂਣੇ ਟੁੱਟ ਜਾਣ, ਸਾਡੀਆਂ ਬਿਮਾਰੀਆਂ ਟੁੱਟ ਜਾਣ, ਅਸੀਂ ਅੱਗੇ ਤੋਂ ਬਲੈਸ ਕੀਤੇ ਜਾਈਏ। ਸਾਡੇ ਉੱਤੇ ਇੱਕ ਸੁਰੱਖਿਆ ਕਵਚ ਬਣ ਗਿਆ ਬਪਤਿਸਮਾ ਲੈਣ ਦੇ ਨਾਲ। ਅਜਿਹੇ ਵਹਿਮਾਂ ਦੇ ਲਈ ਜਿਨ੍ਹਾਂ ਨੇ ਬਪਤਿਸਮਾ ਲੈ ਲਿਆ ਆ, ਅੱਜ ਆਪਾਂ ਸਾਰੇ ਮਿਲ ਕੇ ਤੌਬਾ ਕਰਾਂਗੇ। ਔਰ ਅੱਜ ਦੇ ਇਸ ਨੂੰ ਤੁਸੀਂ ਸਭ ਨੇ ਹੋ ਸਕਿਆ, ਅੱਜ ਤੱਕ ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਸ਼ੇਅਰ ਕਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕੋਈ ਵੀ ਜਾਣੇ ਅਣਜਾਣੇ ਦੇ ਵਿੱਚ ਬਪਤਿਸਮਾ ਨਾ ਲਵੇ, ਕਿਉਂਕਿ ਬਪਤਿਸਮਾ ਇੱਕੋ ਵਾਰ ਹੀ ਲਿਆ ਜਾਂਦਾ, ਕਿਉਂਕਿ ਯਿਸੂ ਮਸੀਹ ਇੱਕੋ ਹੀ ਵਾਰ ਸਾਡੇ ਲਈ ਕਰੂਸ ਤੇ ਚੜਿਆ। ਤੇ ਜੇ ਅਸੀਂ ਉਸ ਬਪਤਿਸਮੇ ਨੂੰ ਇੱਕ ਖੇਡ ਦੇ ਰੂਪ ਦੇ ਵਿੱਚ ਲੈ ਲਿਆ ਤਾਂ ਸਾਰੀ ਜ਼ਿੰਦਗੀ ਭਰ ਦੇ ਪਾਪ ਸਾਡੇ ਤੇ ਬਹੁਤ ਭਾਰੀ ਪੈ ਜਾਣੇ ਆ। ਅਜਿਹਾ ਹੋਵੇ ਕਿ ਅਸੀਂ ਬਪਤਿਸਮਾ ਉਦੋਂ ਲਈਏ ਜਦੋਂ ਅਸੀਂ ਸਮਝੀਏ ਕਿ ਸਾਨੂੰ ਗਿਆਨ ਹੈ ਤੋਂ ਇਸ ਤੋਂ ਬਾਅਦ ਪਾਪ ਨਾ ਕਰਾਂਗੇ। ਅਜਿਹਾ ਨਾ ਹੋਵੇ ਕਿ ਬਪਤਿਸਮਾ ਲੈ ਕੇ ਹੀ ਅਸੀਂ ਪਾਪ ਕਰ ਲਈਏ। ਤਾਂ ਅੱਜ ਆਪਾਂ ਸਾਰੇ ਮਿਲ ਕੇ ਆਪਣੇ ਸਾਰੇ ਗਲਤੀਆਂ, ਗੁਨਾਹਾਂ, ਪਾਪਾਂ, ਅਪਰਾਧ ਔਰ ਖਾਸ ਕਰਕੇ ਬਪਤਿਸਮੇ ਦੇ ਅਣਜਾਣ ਪੁਣੇ ਦੇ ਵਿੱਚ ਲਈ ਹੋਈ ਇਸ ਚੀਜ਼ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਮੰਨਦੇ ਹੋਏ, ਦਿਲ ਤੋਂ ਤੌਬਾ ਕਰਦੇ ਹੋਏ ਖੁਦਾਵੰਦ ਦੀ ਹਜ਼ੂਰੀ 'ਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਪ੍ਰਭੂ ਜੀ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵੰਦ ਧੰਨਵਾਦ ਕਰਦੇ ਪਰਮੇਸ਼ਰ ਪਿਤਾ ਅੱਜ ਦੀ ਸਵੇਰ ਦੇ ਲਈ ਪਰਮੇਸ਼ਰ ਪ੍ਰਭੂ, ਔਰ ਖਾਸ ਤੌਰ ਤੇ ਅੱਜ ਦੇ ਇਹਨਾਂ ਵਚਨਾਂ ਦੇ ਲਈ
ਖੁਦਾਵੰਦ ਧੰਨਵਾਦ ਕਰਦੇ ਜੋ ਅੱਜ ਦੇ ਵਚਨ ਤੁਸੀਂ ਇੱਕ ਸੱਚੀ ਰੋਸ਼ਨੀ ਔਰ ਗਿਆਨ ਦੇ ਰੂਪ ਦੇ ਵਿੱਚ ਸਾਨੂੰ ਦਿੱਤੇ ਪਿਤਾ। ਜੋ ਅੱਜ ਦਾ ਇਹ ਅਨੋਖਾ ਗਿਆਨ ਤੁਸੀਂ ਸਾਨੂੰ ਦਿੱਤਾ ਪਰਮੇਸ਼ਰ, ਸੱਚਮੁੱਚ ਦਿਲ ਤੋਂ ਧੰਨਵਾਦ ਕਰਦੇ ਹਾਂ। ਖੁਦਾਵੰਦ ਅਸੀਂ ਹਨੇਰੇ ਦੀਆਂ ਸ਼ਕਤੀਆਂ ਦੇ ਵਿੱਚ ਫਸੇ ਹੋਏ ਅੱਜ ਤੱਕ ਵੀ ਆਪਣੇ ਅੰਦਰੋਂ ਬਹੁਤ ਸਾਰੀਆਂ ਕਮੀਆਂ ਘਟੀਆਂ ਨੂੰ ਨਾ ਕੱਢ ਪਾਏ। ਸਾਡੇ ਬੁਰੇ ਵਿਚਾਰ, ਵਹਿਮ ਭਰਮ ਔਰ ਅੰਧ ਵਿਸ਼ਵਾਸ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਸਾਡੀ ਜ਼ਿੰਦਗੀ 'ਚ ਅਟੈਕ ਕਰ ਜਾਂਦਾ। ਖੁਦਾਵੰਦ ਔਰ ਮਾफ़ ਕਰਨਾ, ਖਾਸ ਕਰਕੇ ਉਸ ਸਭ ਤੋਂ ਵੱਡੀ ਗਲਤੀ ਦੇ ਲਈ ਪਿਤਾ ਪਰਮੇਸ਼ਰ ਜੋ ਅਸੀਂ ਸਭ ਨੇ ਇਸ ਅਣਜਾਣ ਪੁਣੇ ਦੇ ਵਿੱਚ ਬਪਤਿਸਮਾ ਲਿਆ ਕਿ ਬਪਤਿਸਮਾ ਸਾਨੂੰ ਰੋਗਾਂ ਤੋਂ ਚੰਗਾ ਕਰਨ ਦੇ ਲਈ, ਜਾਦੂ ਟੋਣੇ ਤੋਂ ਤੋੜਨ ਦੇ ਲਈ ਇੱਕ ਚੰਗੀ ਅਤੇ ਵਧੀਆ ਰਸਮ ਆ। ਖੁਦਾਵੰਦ ਮਾफ़ ਕਰਨਾ, ਬਖਸ਼ ਲੈਣਾ ਪਿਤਾ ਪਰਮੇਸ਼ਰ ਜੋ ਅਸੀਂ ਇਸ ਬਪਤਿਸਮਾ ਦੇ ਸਹੀ ਮਤਲਬ ਨੂੰ ਨਾ ਜਾਣੇ ਬਿਨਾਂ ਹੀ ਬਪਤਿਸਮਾ ਲਿਆ ਔਰ ਆਪਣੇ ਆਪ ਨੂੰ ਗੁਨੇਗਾਰ ਠਹਿਰਾਇਆ। ਪਿਤਾ ਅਸੀਂ ਜਾਣਦੇ ਹਾਂ ਕਿ ਅਸੀਂ ਵਚਨ ਤੋਂ ਵਾਂਝੇ ਅਤੇ ਗਿਆਨ ਤੋਂ ਵਾਂਝੇ ਹੋ ਕੇ ਇਸ ਰਸਮ ਨੂੰ ਕੀਤਾ, ਪਰ ਖੁਦਾਵੰਦ ਬਖਸ਼ ਲਓ ਪਿਤਾ, ਮਾफ़ ਕਰਨਾ ਪ੍ਰਭੂ ਜੀ। ਅੱਜ ਜਦ ਅਸੀਂ ਇਸ ਬਪਤਿਸਮੇ ਦੀ ਵਚਨ ਨੂੰ, ਇਸ ਦੇ ਮਤਲਬ ਨੂੰ ਜਾਣਿਆ ਪਿਤਾ, ਸਾਡੀ ਮਦਦ ਕਰੋ ਪਿਤਾ ਪਰਮੇਸ਼ਰ ਕਿ ਅਸੀਂ ਹੁਣ ਤੋਂ ਅਸੀਂ ਇਸ ਬਪਤਿਸਮੇ ਦੀ ਮਰਿਆਦਾ ਦੇ ਵਿੱਚ ਬਣੇ ਰਹੀਏ। ਤੁਸੀਂ ਵਚਨ ਦੇ ਵਿੱਚ ਕਹਿ ਕੇ ਬਪਤਿਸਮਾ ਉਹ ਲਵੇ ਜੋ ਮੇਰੇ ਵਚਨਾਂ ਦੀ ਗਿਆਨ ਬੁੱਧ ਨੂੰ ਪ੍ਰਾਪਤ ਕਰੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰੇ। ਖੁਦਾਵੰਦ ਬੇਸ਼ੱਕ ਅਸੀਂ ਬਪਤਿਸਮਾ ਲੈ ਚੁੱਕੇ ਹਾਂ, ਪਰ ਸਾਡੀ ਮਦਦ ਕਰੋ ਕਿ ਅਸੀਂ ਆਪਣੇ ਬਪਤਿਸਮੇ ਨੂੰ ਪਿਓਰ ਰੱਖੀਏ, ਪਵਿੱਤਰ ਰੱਖੀਏ। ਜੋ ਤੁਸੀਂ ਕਹਿ ਕੇ ਮੈਂ ਪਵਿੱਤਰ ਹਾਂ ਤੇ ਤੁਸੀਂ ਵੀ ਪਵਿੱਤਰ ਹੋ ਜਾਓ, ਅਸੀਂ ਵੀ ਪਵਿੱਤਰਤਾਈ ਦੇ ਵਿੱਚ ਚੱਲੀਏ ਪਿਤਾ ਪਰਮੇਸ਼ਰ। ਅਸੀਂ ਆਪਣੇ ਬਪਤਿਸਮੇ ਨੂੰ ਕਾਇਮ ਰੱਖੀਏ। ਅਸੀਂ ਇਸ ਬਪਤਿਸਮਾ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਗਲਤੀਆਂ, ਗੁਨਾਹਾਂ ਔਰ ਪਾਪਾਂ, ਅਪਰਾਧਾਂ ਦੇ ਵਿੱਚ ਨਾ ਫਸੀਏ ਪਿਤਾ। ਆਉਣ ਵਾਲੀ ਜ਼ਿੰਦਗੀ ਸਾਡੀ ਪਾਪ ਤੋਂ ਰਹਿਤ ਹੋਵੇ ਪਿਤਾ ਜੀ। ਸਾਰੇ ਅਪਰਾਧਾਂ ਤੋਂ ਸਾਨੂੰ ਮਾफ़ ਕਰਨਾ ਪਿਤਾ ਪਰਮੇਸ਼ਰ। ਜੋ ਵੀ ਸਾਡੇ ਤੋਂ ਅੱਜ ਤੋਂ ਪਹਿਲਾਂ ਹੋ ਗਏ ਨੇ ਉਹਨਾਂ ਸਾਰਿਆਂ ਨੂੰ ਵੀ ਔਰ ਆਉਣ ਵਾਲੇ ਹਰ ਇੱਕ ਪਲ ਦੇ ਵਿੱਚ ਵੀ ਸਾਨੂੰ ਬਲੈਸ ਕਰਨਾ ਪਿਤਾ। ਜੋ ਅੱਜ ਤੋਂ ਬਾਅਦ ਸਾਡੇ ਤੋਂ ਕੋਈ ਅਪਰਾਧ ਨਾ ਹੋਵੇ ਪਿਤਾ। ਜਿਨ੍ਹਾਂ ਭੈਣਾਂ ਭਾਈਆਂ ਨੇ ਆਪਣੇ ਬੱਚਿਆਂ ਨੂੰ ਬਪਤਿਸਮਾ ਲੈਣ ਦੇ ਲਈ ਰੈਡੀ ਕੀਤਾ ਸੀ, ਜਿਨ੍ਹਾਂ ਨੇ ਤਾਂ ਵਚਨ ਦੇ ਨਾਲ ਰੈਡੀ ਕੀਤਾ ਔਰ ਉਹਨਾਂ ਦੇ ਬੱਚੇ ਸੱਚਮੁੱਚ ਜਾਣਦੇ ਨੇ ਕਿ ਬਪਤਿਸਮਾ ਦਾ ਮਤਲਬ ਕੀ ਹੈ, ਖੁਦਾਵੰਦ ਉਹਨਾਂ ਨੂੰ ਬਪਤਿਸਮਾ ਦੇ ਗਹਿਰੇ ਭੇਤਾਂ ਦੇ ਨਾਲ ਬਲੈਸ ਕਰੋ। ਜੋ ਜਾਣੇ ਅਣਜਾਣੇ ਵਿੱਚ ਲੈ ਬੈਠੇ ਨੇ ਪਿਤਾ ਪਰਮੇਸ਼ਰ, ਉਹਨਾਂ ਸਾਰਿਆਂ ਨੂੰ ਹੀ ਮਾफ़ ਕਰੋ ਪਿਤਾ ਪਰਮੇਸ਼ਰ ਔਰ ਆਪਣੇ ਬਪਤਿਸਮੇ ਦੇ ਸਹੀ ਮਤਲਬ ਔਰ ਸਹੀ ਮਰਿਆਦਾ ਦੇ ਵਿੱਚ ਬਣੇ ਰਹਿਣ ਦੇ ਵਿੱਚ ਇਹਨਾਂ ਦੀ ਮਦਦ ਸਹਾਇਤਾ ਕਰੋ। ਜਿਨ੍ਹਾਂ ਨੇ ਹਜੇ ਤੱਕ ਨਹੀਂ ਲਿਆ ਪਿਤਾ ਪਰਮੇਸ਼ਰ, ਉਹਨਾਂ ਨੂੰ ਸੱਚਮੁੱਚ ਅਜਿਹੀ ਬੁੱਧ ਦਿਓ ਤਾਂ ਜੋ ਉਹ ਜਿਸ ਦਿਨ ਇਸ ਚੀਜ਼ ਨੂੰ ਰਿਅਲਾਈਜ਼ ਕਰਨ ਕਿ ਉਹ ਸੱਚਮੁੱਚ ਪਰਮੇਸ਼ਰ ਦਾ ਪਿੱਛਾ ਕਰਨਗੇ, ਸੰਸਾਰਿਕ ਚੀਜ਼ਾਂ ਨੂੰ ਤਿਆਗ ਕੇ ਉਸ ਖੁਦਾਵੰਦ ਦੀ ਸੱਚੀ ਹਜ਼ੂਰੀ 'ਚ ਬਣੇ ਰਹਿਣਗੇ ਔਰ ਪਾਪਾਂ ਦੇ ਵੱਲੋਂ ਪਰਹੇਜ਼ ਕਰਨਗੇ। ਉਹ ਸਭ ਦੇ ਸਭ ਇਸ ਬਪਤਿਸਮਾ ਦੇ ਲਈ ਤਿਆਰ ਕੀਤੇ ਜਾਣ ਖੁਦਾਵੰਦ, ਕਿਉਂਕਿ ਇੱਕ ਆਤਮਿਕ ਰਸਮ ਆ। ਅਸੀਂ ਇਹਨੂੰ ਸੰਸਾਰਿਕ ਰਸਮ ਦੇ ਨਾਲ ਨਾ ਜੋੜੀਏ ਪ੍ਰਭੂ ਜੀ। ਪਰਮੇਸ਼ਰ ਪਿਤਾ ਅਸੀਂ ਹਰ ਇੱਕ ਭੈਣ ਭਾਈ ਜਿੰਨੇ ਵੀ ਅੱਜ ਦੇ ਇਹਨਾਂ ਵਚਨਾਂ ਨੂੰ ਸੁਣ ਰਹੇ ਨੇ, ਤੁਹਾਡੀ ਤੌਬਾ ਨੂੰ ਮੰਗਦੇ ਆ ਪਿਤਾ, ਤੁਹਾਡੀ ਮਾफ़ੀ ਨੂੰ ਮੰਗਦੇ ਆ ਪ੍ਰਭੂ ਜੀ। ਸੱਚਮੁੱਚ ਬਖਸ਼ ਲਓ ਅਤੇ ਮਾफ़ ਕਰਨਾ ਪਿਤਾ ਪਰਮੇਸ਼ਰ। ਜਿਨ੍ਹਾਂ ਦੇ ਬੱਚੇ ਛੋਟੇ ਨੇ ਪਰ ਹਜੇ ਤੱਕ ਬਪਤਿਸਮਾ ਨਹੀਂ ਲਿਆ ਪਿਤਾ, ਉਹਨਾਂ ਸਾਰੇ ਬੱਚਿਆਂ ਨੂੰ ਬਲੈਸ ਕਰੋ ਤਾਂ ਜੋ ਤੁਹਾਡੇ ਗਿਆਨ, ਤੁਹਾਡੀ ਬੁੱਧ, ਤੁਹਾਡੀ ਸਮਝ ਦੇ ਵਿੱਚ ਵਾਧੇ ਜਾਣ ਪਿਤਾ ਜੀ। ਤੁਸੀਂ ਵਚਨ ਦੇ ਵਿੱਚ ਕਹਿ ਕੇ ਸੰਸਾਰਿਕ ਸਰੂਪ ਵਰਗੇ ਨਾ ਬਣੋ ਖੁਦਾਵੰਦ। ਜਿੱਦਾਂ ਸੰਸਾਰ ਵਹਿਮ ਕਰਦਾ ਹੈ, ਸੰਸਾਰਿਕ ਭਰਮਾਂ ਦੇ ਵਿੱਚ ਪਾਇਆ ਹੋਇਆ, ਪਰਮੇਸ਼ਰ ਪਿਤਾ ਸਾਡੀ ਮਦਦ ਕਰੋ ਕਿਉਂ ਜੋ ਅਸੀਂ ਨਵੇਂ ਨੇਮ ਅਤੇ ਨਵੀਂ ਬੁੱਧ ਦੇ ਨਾਲ ਬਲੈਸ ਕੀਤੇ ਗਏ ਹਾਂ। ਸਾਨੂੰ ਤੁਸੀਂ ਧੋਤਾ, ਸ਼ੁੱਧ ਕੀਤਾ ਤੇ ਬਦਲਿਆ ਪਿਤਾ ਪਰਮੇਸ਼ਰ। ਸੱਚਮੁੱਚ ਸਾਡਾ ਚਾਲ ਚੱਲਣ, ਸਾਡਾ ਸੁਭਾਅ, ਸਾਡੀ ਬੁੱਧ ਨਵੀਂ ਹੋ ਜਾਵੇ ਪਿਤਾ। ਅਸੀਂ ਸੰਸਾਰਿਕ ਰੂਪ ਜਿਹੇ ਅੰਧ ਵਿਸ਼ਵਾਸੀ ਅਤੇ ਵਹਿਮੀ ਭਰਮੀ ਨਾ ਹੋਈਏ ਪਿਤਾ ਜੀ, ਬਲਕਿ ਸੱਚਮੁੱਚ ਅਸੀਂ ਪਰਮੇਸ਼ਰ ਦੀ ਚੰਗੀ ਅਤੇ ਮਨ ਪਾਉਂਦੀ ਇੱਛਾ ਨੂੰ ਪੂਰੀਆਂ ਕਰੀਏ। ਅਸੀਂ ਉਹ ਸਾਰੇ ਕੰਮ ਕਰੀਏ ਜੋ ਤੁਹਾਡੇ ਵਚਨ ਦੇ ਅਨੁਸਾਰ ਆ ਪਿਤਾ, ਔਰ ਅਸੀਂ ਹਰ ਇੱਕ ਉਸ ਕੰਮ ਨੂੰ ਛੱਡ ਦਈਏ ਪ੍ਰਭੂ ਜੀ ਜੋ ਸਾਡੇ ਲਈ ਤੁਹਾਡੇ ਤੋਂ ਖਿਲਾਫ ਆ ਪਿਤਾ, ਜੋ ਸਾਨੂੰ ਨਰਕ ਦੇ ਵੱਲ ਲਿਜਾਂਦਾ, ਅਣਆਗਿਆਕਾਰੀ ਦੇ ਵੱਲ ਲਿਜਾਂਦਾ। ਹਰ ਇੱਕ ਉਹ ਕੰਮ ਅੱਜ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਂਸਲ ਕੀਤਾ ਜਾਵੇ, ਪਰ ਤੁਹਾਡੀ ਸਦਾ ਦੀ ਦਇਆ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਤੋਂ ਲੈ ਕੇ ਸਦਾ ਤੱਕ ਬਣੀ ਰਹੇ। ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਖੁਦਾਵੰਦ। ਇਸ ਪ੍ਰਾਰਥਨਾ ਨੂੰ ਤੁਹਾਡੇ ਅਤਿ ਜਲਾਲੀ, ਜ਼ਿੰਦਾ ਔਰ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।